ਹਾਈ एवरीवन आई होप ਤੁਸੀਂ ਸਾਰੇ ਠੀਕ ਹੀ ਹੋਵੋਗੇ। ਜਿਵੇਂ ਕਿ ਮੈਂ ਕਲਾਸ 12th ਦਾ ਚੈਪਟਰ ਕਰਵਾ ਹੀ ਰਹੀ ਹਾਂ ਦ ਸਟੋਰੀ ਆਫ ਮਾਈ ਲਾਈਫ। ਇਸ ਚੈਪਟਰ ਨੂੰ ਮੈਂ ਕੰਟੀਨਿਊ ਕਰ ਰਹੀ ਹਾਂ ਐਂਡ ਅੱਜ ਅਸੀਂ ਕਰਾਂਗੇ ਲੌਂਗ ਕੁਐਸਚਨ ਆਨਸਰਸ। ਲੌਂਗ ਦੇ ਵਿੱਚ 50 to 60 ਵਰਡਸ ਦੇ ਜਿਹੜੇ ਅੱਜ ਕੱਲ੍ਹ ਕੁਐਸਚਨ ਦੀ ਉਹਨਾਂ ਨੇ ਰਿਕੁਆਇਰਮੈਂਟ ਕਰ ਦਿੱਤੀ ਆ ਉਹਦੇ ਅਕੋਰਡਿੰਗ ਆਪਾਂ ਕੁਐਸਚਨਸ ਕਰਾਂਗੇ ਔਰ ਮੈਂ ਬੁੱਕ ਫੋਲੋ ਕੀਤੀ ਹੋਈ ਆ ਐਕਿਊਰੇਟ ਦੀ। So let's start. Write the theme of the chapter, the story of my life in your own words. First of all, ਮੈਂ ਇੱਕ ਵੀਡੀਓ ਦੇ ਵਿੱਚ ਅੱਗੇ ਵੀ ਦੱਸਿਆ ਸੀਗਾ, ਲੌਂਗ ਕੁਐਸਚਨ ਹੀ ਕਰਵਾ ਰਹੀ ਸੀ, ਉਹ +1 ਕਲਾਸ ਦਾ ਸੀ। ਮੈਂ ਦੱਸਿਆ ਸੀ ਕਿ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਆ ਆਪਣੇ ਹੀ ਸ਼ਬਦਾਂ ਨੂੰ ਸਹੀ ਤਰੀਕੇ ਨਾਲ ਲਿਖਣਾ। ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਆਹੀ ਐਗਜ਼ੈਕਟ ਲਾਈਨ ਲਿਖਣੀ ਆ। ਜੋ ਵੀ ਮੀਨਸ ਕਿ ਤੁਹਾਡੇ ਮਾਈਂਡ ਦੇ ਵਿੱਚ ਆ ਰਿਹਾ ਨਾ ਰਿਲੇਟਡ ਟੂ ਦਿਸ ਕੁਐਸਚਨ ਥੀਮ ਬਾਰੇ ਜਿਹੜੀ ਉਹਨਾਂ ਨੇ ਪੁੱਛੀ ਆ ਗੱਲ, ਠੀਕ ਹੈ, ਕਿ ਸਟੋਰੀ ਮੇਨ ਕੀ ਆ, ਉਹ ਚੀਜ਼ਾਂ ਆਪਾਂ ਐਕਸਪਲੇਨ ਕਰਨੀਆਂ ਹੁੰਦੀਆਂ। ਜ਼ਰੂਰੀ ਨਹੀਂ ਹੈ ਕਿ ਜੋ ਇੱਕ ਲਾਈਨ ਪਹਿਲਾਂ ਬੁੱਕ ਦੇ ਵਿੱਚ ਲਿਖੀ ਸੀ ਸੈਕਿੰਡ ਲਾਈਨ ਹੀ ਮੈਂ ਉਹ ਲਿਖਣੀ ਆ, ਥਰਡ ਹੀ ਮੈਂ ਉਹ ਲਿਖਣੀ ਆ, ਫੋਰਥ ਹੀ ਉਹ ਲਿਖਣੀ। ਇੱਦਾਂ ਕਦੇ ਵੀ ਨਹੀਂ ਹੁੰਦਾ, ਕਿਉਂਕਿ ਟੀਚਰ ਨੇ ਤੁਹਾਡੀ ਨੌਲੇਜ ਦੇਖਣੀ ਹੁੰਦੀ ਆ, ਟੀਚਰ ਨੇ ਤੁਹਾਡੀ ਅਟੈਂਪਟ ਦੇਖਣੀ ਹੁੰਦੀ ਆ। ਔਰ ਅਗਰ 50 to 60 ਵਰਡਸ ਗਏ ਆ ਨਾ, ਟਰਾਈ ਕਰੋ ਤੁਸੀਂ 70 ਤੱਕ ਲਿਖ ਕੇ ਆਓ। ਲਿਮਿਟ ਤੁਹਾਡੀ 70 ਤੱਕ ਲਿਖੋ। ਰੀਜ਼ਨ ਇੱਕ ਹੀ ਆ ਕਿ ਜ਼ਿਆਦਾ ਜਿਹੜੇ ਆਪਾਂ ਮਤਲਬ ਜ਼ਿਆਦਾ ਓਵਰ ਨਹੀਂ ਲਿਖਣਾ, 70 ਤੋਂ ਅਬਵ ਨਹੀਂ ਕਰਨਾ। ਇੱਥੇ ਤੱਕ ਸਹੀ ਆ, 70 ਤੱਕ ਵੀ ਮਤਲਬ ਐਕਸਟਰਾ ਦੇ ਵਿੱਚ ਮੈਂ ਕਹਿ ਸਕਦੀ ਹਾਂ, ਬਟ 70 ਚੱਲ ਜਾਂਦਾ। ਇਸ ਤੋਂ ਜ਼ਿਆਦਾ ਅਗਰ ਲਿਖਦੇ ਆ ਤਾਂ ਉਹ ਨੈਗੇਟਿਵ ਇਫੈਕਟ ਦਿੰਦਾ। ਜਿੱਦਾਂ ਕਿ ਬਹੁਤ ਸਾਰੇ ਸਟੂਡੈਂਟਸ ਕੀ ਕਰਦੇ ਆ ਕਿ ਕੁਐਸਚਨ ਦਾ ਆਨਸਰ ਨੂੰ ਲੈਂਥ ਉਹਦੇ ਵਿੱਚ ਕਰਦੇ ਰਹਿੰਦੇ ਕ੍ਰੀਏਟ, ਉਹ ਸਾਰੀ ਦੀ ਸਾਰੀ ਸਮਰੀ ਐਡ ਔਨ ਕਰ ਦਿੰਦੇ, ਜਿਹੜੀਆਂ ਅਨਨੈਸੈਸਰੀ ਚੀਜ਼ਾਂ ਨਾ ਉਹਨਾਂ ਦੀ ਜ਼ਰੂਰਤ ਹੀ ਨਹੀਂ ਆ। ਔਰ ਹੁਣ ਤਾਂ ਕੁਐਸਚਨ ਜਿਹੜਾ ਲੌਂਗ ਆ ਉਹਦੇ ਤਾਂ ਮਾਰਕਸ ਵੀ ਘਟਾ ਦਿੱਤੇ ਆ, ਇਸ ਲਈ ਲੈਂਥ ਵੀ ਘੱਟ ਗਈ ਆ, ਰਾਈਟ। 50 to 60 ਵਰਡਸ ਕਹਿ ਦਿੱਤੇ ਆ, ਇਹਦੇ ਅਕੋਰਡਿੰਗ ਹੀ ਅਸੀਂ ਕਰਾਂਗੇ। ਔਰ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਕੋਈ ਜ਼ਰੂਰੀ ਨਹੀਂ ਆ ਕਿ ਅਸੀਂ ਡਿਟੋ ਬੁੱਕ ਨੂੰ ਹੀ ਫੋਲੋ ਕਰਨਾ ਆ, ਕਦੇ ਵੀ ਨਹੀਂ ਇੱਦਾਂ ਹੁੰਦਾ। ਹਰ ਇੱਕ ਰਾਈਟਰ ਅਲੱਗ ਵੇ ਨਾਲ ਲਿਖਦਾ ਆ, ਅਸੀਂ ਆਪਣੇ ਵੇ ਨਾਲ ਲਿਖਣਾ ਹੁੰਦਾ। ਅਸੀਂ ਚੈਪਟਰ ਨੂੰ ਥੋਰਲੀ ਰੀਡ ਕੀਤਾ ਆ, ਲਿਸਨ ਕੀਤਾ ਆ, ਲੈਕਚਰਸ ਪ੍ਰੋਪਰਲੀ ਟੀਚਰ ਦੇ ਸੁਣੇ ਹੋਏ ਆ, ਸਮਝਿਆ ਹੋਇਆ ਆ, ਅਤੇ ਫਿਰ ਸਾਨੂੰ ਇਹਨਾਂ ਚੀਜ਼ਾਂ ਨੂੰ ਕਰਨ 'ਚ ਕੋਈ ਖਾਸ ਦਿੱਕਤ ਨਹੀਂ ਆਏਗੀ, ਠੀਕ ਹੈ। ਆਈ ਥਿੰਕ ਮੈਂ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਲੈਂਥੀ ਕਰ ਦਿੰਦੀ ਹਾਂ ਵੀਡੀਓ, ਬਟ ਮੇਰਾ ਮਕਸਦ ਮੇਨ ਇਹੀ ਹੁੰਦਾ ਕਿ ਹਰ ਤਰ੍ਹਾਂ ਦਾ ਸਟੂਡੈਂਟ ਮੇਰੇ ਤੋਂ ਚੰਗੀ ਤਰ੍ਹਾਂ ਸਿੱਖ ਲਵੇ। ਓਕੇ, ਸਟਾਰਟ ਕਰਦੇ ਹਾਂ ਥੀਮ ਨੂੰ। The chapter, The Story of My Life, penned down by Helen Keller, is based on the theme that even handicapped persons can learn anything provided they are given proper guidance. ਪਹਿਲੇ ਤੇ ਮੈਂ ਦੱਸਾਂ, ਪੈਂਡ ਡਾਊਨ ਦੀ ਥਾਂ ਤੇ ਕੁਝ ਬੱਚੇ ਰਿਟਨ ਵੀ ਲਿਖ ਸਕਦੇ, ਬਿਕਾਜ਼ ਬਹੁਤ ਸਾਰੇ ਸਟੂਡੈਂਟਸ ਨੂੰ ਇਹਦਾ ਮੀਨਿੰਗ ਜਿਹੜਾ ਉਹ ਕਲੀਅਰ ਹੋਣਾ ਨਹੀਂ। ਅਗਰ ਕਲੀਅਰ ਹੋ ਵੀ ਗਿਆ, ਪੈਂਡ ਡਾਊਨ ਦਾ ਮੀਨਸ ਕਿ ਫਲਾਣੇ ਬੰਦੇ ਨੇ ਲਿਖਿਆ ਹੋਇਆ ਆ, ਠੀਕ ਹੈ, ਲਿਖਤ ਨੂੰ ਕਹਿ ਦਿੰਦੇ ਆ, ਉਸ ਬੰਦੇ ਦੀ ਲਿਖਤ ਆ। ਤੋ ਇਹਦੀ ਜਗ੍ਹਾ ਤੇ ਅਸੀਂ ਰਿਟਨ ਵੀ ਲਿਖ ਸਕਦੇ ਹਾਂ, ਉਹ ਥੋੜਾ ਈਜ਼ੀ ਹੋ ਜਾਏਗਾ, ਠੀਕ ਹੈ। ਦ ਚੈਪਟਰ ਦ ਸਟੋਰੀ ਆਫ ਮਾਈ ਲਾਈਫ। ਦੇਖੋ ਬਹੁਤ ਸਾਰੇ ਸਟੂਡੈਂਟਸ ਇੱਕ ਆਮ ਮਿਸਟੇਕ ਵੀ ਕਰਦੇ ਆ ਕਿ ਬਹੁਤ ਛੋਟੇ ਛੋਟੇ ਅਕਸ਼ਰ 'ਚ ਲਿਖ ਦਿੰਦੇ ਆ ਦ ਸਟੋਰੀ ਆਫ ਮਾਈ ਲਾਈਫ। ਨੋ, ਤੁਸੀਂ ਕਦੇ ਵੀ ਚੈਪਟਰ ਦੇ ਨੇਮ ਨੂੰ ਅਗਰ ਵਿੱਚ ਲਿਖ ਰਹੇ ਹੋ ਤਾਂ ਇਸ ਤਰੀਕੇ ਨਾਲ ਨਹੀਂ ਲਿਖ ਸਕਦੇ। ਤੁਸੀਂ ਆਲਵੇਜ਼ ਚੈਪਟਰ ਨੂੰ ਇੱਕ ਵਧੀਆ ਤਰੀਕੇ ਨਾਲ ਲਿਖੋਗੇ। ਕਿਸ ਤਰ੍ਹਾਂ? ਉਹਨਾਂ ਦੇ ਫਸਟ ਲੈਟਰਸ ਜਿਹੜੇ ਆ ਉਹ ਕੈਪੀਟਲਸ ਰੱਖ ਕੇ, ਦ ਦੀ ਟੀ, ਸਟੋਰੀ ਆਫ ਦਾ, ਆਫ ਤਾਂ ਚਲੋ ਪ੍ਰੈਪੋਜੀਸ਼ਨ ਆ, ਮਾਈ ਲਾਈਫ ਦੀ ਐਲ, ਠੀਕ ਹੈ, ਇਹ ਕੈਪੀਟਲ। ਬਹੁਤ ਸਾਰੇ ਬੱਚੇ ਜਿੱਦਾਂ ਹੈਲਨ ਕੈਲਰ ਐਚ ਸਮੋਲ ਕਰ ਦੇਣਗੇ, ਕੇ ਸਮੋਲ ਕਰ ਦੇਣਗੇ, ਕਦੇ ਵੀ ਇੱਦਾਂ ਨਹੀਂ ਹੁੰਦਾ। ਸਪੋਜ਼ ਕਰੋ ਮੇਰਾ ਨੇਮ ਜਸਮੀਤ ਆ, ਤਾਂ ਮੇਰੀ ਜੇ ਕੈਪੀਟਲ ਹੋਏਗੀ ਮੇਰੇ ਨੇਮ ਦੀ ਜੇ, ਠੀਕ ਹੈ। ਕਿ ਮੈਂ ਕਦੇ ਸਮੋਲ ਨਹੀਂ ਕਰਾਂਗੀ ਕੌਰ ਦੀ, ਕਿ ਆਲਵੇਜ਼ ਕੈਪੀਟਲ ਹੋਏਗੀ। ਇਹ ਚੀਜ਼ਾਂ ਇੰਗਲਿਸ਼ ਗ੍ਰਾਮਰ ਦੀ ਪੰਕਚੁਏਸ਼ਨ 'ਚ ਮੈਟਰ ਕਰਦੀਆਂ। ਔਰ ਇਹੀ ਚੀਜ਼ਾਂ ਬਹੁਤ ਸਾਰੇ ਬੱਚਿਆਂ ਨੂੰ ਜਦੋਂ ਆਇਲਸ ਅਟੈਂਪਟ ਕਰਦੇ ਆ ਤਾਂ ਰਾਈਟਿੰਗ ਦੇ ਵਿੱਚ ਇਹਨਾਂ ਹਰਕਤਾਂ ਕਰਕੇ ਆਪਣੇ ਮਾਰਕਸ ਡਿਡਕਟ ਕਰਵਾ ਲੈਂਦੇ ਨੇ। Anyhow, the chapter The Story of My Life, penned down by Helen Keller,
ਇਹ ਕਹਿੰਦੇ ਹੈਲਨ ਕੈਲਰ ਦੁਆਰਾ ਲਿਖੀ ਹੋਈ ਆ, is based on the theme that even handicapped person, ਕਹਿੰਦੇ ਕਿ ਭਾਵੇਂ ਮਤਲਬ ਕਿ ਹੈਂਡੀਕੈਪਡ ਪਰਸਨਸ ਵੀ ਜਿਹੜੇ ਆ ਉਹ ਵੀ ਕੁਝ ਵੀ ਲਰਨ ਕਰ ਸਕਦੇ, ਦੇ ਕੈਨ ਲਰਨ ਐਨੀਥਿੰਗ provided they are given proper guidance। ਉਹਨਾਂ ਨੂੰ ਅੱਛੇ ਤਰੀਕੇ ਨਾਲ ਜਦੋਂ ਗਾਈਡੈਂਸ ਦਿੱਤੀ ਜਾਵੇ ਉਹ ਤਾਂ ਬਹੁਤ ਵਧੀਆ ਤਰੀਕੇ ਨਾਲ ਕੁਝ ਵੀ ਸਿੱਖ ਸਕਦੇ ਆ। ਉਹਨਾਂ ਨੂੰ ਪਿਆਰ ਦਿੱਤਾ ਜਾਵੇ, ਉਹਨਾਂ ਨੂੰ ਸਿਮਥੀ ਦਿੱਤੀ ਜਾਵੇ। ਸਿਮਥੀ ਕੀ ਹੁੰਦੀ ਆ? ਸਿਮਥੀ ਹੁੰਦੀ ਆ ਤਰਸ ਖਾਣਾ ਕਿਸੇ 'ਤੇ, ਠੀਕ ਹੈ। ਜਦੋਂ ਉਹਨਾਂ ਨੂੰ ਸਿਮਥੀ ਤਰਸ ਦੇ ਨਾਲ ਆਪਾਂ ਉਹਨਾਂ ਨੂੰ ਕੁਝ ਸਮਝਾਉਂਦੇ ਹਾਂ ਕਿ ਹਾਂਜੀ ਇੱਦਾਂ ਨਹੀਂ ਇੱਦਾਂ। ਅੱਛਾ, ਇਹਦੀ ਐਗਜ਼ਾਮਪਲ ਕੀ ਹੈਗੀ ਆ ਇਸ ਚੈਪਟਰ ਦੇ ਵਿੱਚ? ਹੈਲਨ ਕੈਲਰ ਤਾਂ ਖੁਦ ਹੀ ਇੱਕ ਐਗਜ਼ਾਮਪਲ ਆ, ਰਾਈਟ। ਔਰ ਉਹਨਾਂ ਨੇ ਨੈਕਸਟ ਲਾਈਨ ਵੀ ਲਿਖੀ ਹੋਈ ਆ, ਇਟ ਹੈਜ਼ ਬੀਨ ਐਕਸਪਲੇਨਡ ਬਾਏ ਗਿਵਿੰਗ ਦਾ ਐਗਜ਼ਾਮਪਲ ਆਫ ਹੈਲਨ ਕੈਲਰ। ਕਹਿੰਦੇ ਕਿ ਇਹ ਚੀਜ਼ ਚੰਗੀ ਤਰੀਕੇ ਨਾਲ ਐਕਸਪਲੇਨ ਕੀਤੀ ਗਈ ਹੈ ਕਿਹਦੇ ਦੁਆਰਾ? ਹੈਲਨ ਕੈਲਰ ਦੁਆਰਾ, ਇੱਕ ਐਗਜ਼ਾਮਪਲ ਲੈ ਕੇ ਉਹਨਾਂ ਨੂੰ, ਰਾਈਟ। ਕਿ ਕੋਈ ਵੀ ਹੈਂਡੀਕੈਪ ਪਰਸਨ ਹੋਏਗਾ ਦੈਨ ਉਹ ਕੁਝ ਵੀ ਸਿੱਖ ਸਕਦਾ ਹੈ। ਹਰ ਟੀਚਰ ਟੌਟ ਹਰ ਲਵਿੰਗਲੀ ਐਂਡ ਸ਼ੀ ਲਰਨਡ ਨਿਊ ਵਰਡਸ। ਕਹਿੰਦੇ ਉਹਨਾਂ ਦੇ ਟੀਚਰ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਇਆ, ਬੜੇ ਪਿਆਰ ਨਾਲ ਪੜ੍ਹਾਇਆ ਅਤੇ ਉਹ ਬੜਾ ਹੀ ਵਧੀਆ ਸਿੱਖ ਗਏ, ਬਹੁਤ ਨਿਊ ਵਰਡ ਸਿੱਖ ਗਏ। In short, we can say that nothing is impossible for a person of strong determination। What is the meaning of determination? Determination ਦਾ ਮਤਲਬ ਹੁੰਦਾ ਕਿ ਜਿਸ ਬੰਦੇ ਦੇ ਇਰਾਦੇ, determination ਇਰਾਦੇ, ਜਿਸ ਬੰਦੇ ਦੇ ਇਰਾਦੇ ਸਟਰੋਂਗ ਹੋਣ ਨਾ ਉਹ ਹਰ ਇੱਕ ਚੀਜ਼ ਸਿੱਖ ਸਕਦਾ। ਉਹਦੇ ਲਈ ਕੋਈ ਵੀ ਚੀਜ਼ impossible ਨਹੀਂ ਹੁੰਦੀ। Everything is possible for him or her, ਠੀਕ ਹੈ। Okay, next question. Draw a character sketch of the narrator Helen Keller। narrator ਬਾਰੇ ਦੱਸਣਾ ਆ ਹੈਲਨ ਕੈਲਰ ਬਾਰੇ, ਕਿਉਂਕਿ ਉਹਨਾਂ ਨੇ ਹੀ ਆਪਣੀ ਕਹਾਣੀ ਨੂੰ ਦੱਸਿਆ ਹੋਇਆ। The story throws light on the character of the narrator, example Helen Keller। ਕਹਿੰਦੇ ਸਟੋਰੀ ਜਿਹੜੀ ਆ ਉਹ ਐਨਲਾਈਟ ਕਰਦੀ ਆ, ਮਤਲਬ ਕਿ ਚਾਨਣਾ ਪਾਉਂਦੇ ਆ ਕਿਹਦੇ ਕਰੈਕਟਰ 'ਤੇ? ਹੈਲਨ ਕੈਲਰ ਦੇ ਕਰੈਕਟਰ 'ਤੇ। She became blind and deaf when she was only 19 months old। ਜਦੋਂ ਕਹਿੰਦੇ ਉਹ ਹਲੇ 19 months old ਸੀ ਨਾ, ਉਦੋਂ ਹੀ ਉਹ ਬਲਾਈਂਡ ਐਂਡ ਡੈਫ ਹੋ ਗਏ ਸੀਗੇ, ਠੀਕ ਹੈ। ਔਰ ਨੈਕਸਟ ਦੇਖੋ, she did not know what was in store for her। ਉਹਨਾਂ ਨੂੰ ਕਹਿੰਦੇ ਇਸ ਗੱਲ ਦਾ ਬਿਲਕੁਲ ਵੀ ਨਹੀਂ ਸੀ ਪਤਾ ਕਿ ਉਹਨਾਂ ਦੇ ਲਈ ਫਿਊਚਰ ਦੇ ਵਿੱਚ ਕੀ ਹੈ। ਇਨ ਸਟੋਰ ਫॉर ਹਰ, ਇਨ ਸਟੋਰ ਫॉर ਮਤਲਬ ਜਿੱਦਾਂ ਕੋਈ ਚੀਜ਼ ਸਟੋਰ ਲਾਈਕ ਸੇਵ ਕੀਤੀ ਹੋਈ ਉਹਨਾਂ ਦੇ ਭਵਿੱਖ ਲਈ, ਕੀ ਚੀਜ਼ ਉਹਨਾਂ ਦੇ ਭਵਿੱਖ 'ਚ ਹੋਣ ਵਾਲੀ ਆ। ਵਨ ਥਿੰਗ ਮੋਰ, ਕਈ ਬੱਚਿਆਂ ਨੂੰ ਬਲਾਈਂਡ ਦਾ ਮੀਨਿੰਗ ਤਾਂ ਪਤਾ ਹੋਏਗਾ ਬਟ ਉਹਨਾਂ ਨੂੰ ਡੈਫ ਦਾ ਮੀਨਿੰਗ ਨਹੀਂ ਪਤਾ। ਡੈਫ ਦਾ ਮੀਨਿੰਗ ਕੀ ਹੁੰਦਾ? ਬੋਲਾ, ਠੀਕ ਹੈ। ਇਹ ਚੀਜ਼ ਮੈਂ ਇੱਥੇ ਐਕਸਪਲੇਨ ਕਰਨਾ ਭੁੱਲ ਗਈ ਸੀ। Okay. Her life was like that of a ship without a rudder। ਉਹਨਾਂ ਦੀ ਜ਼ਿੰਦਗੀ ਇੱਦਾਂ ਸੀ ਜਿਵੇਂ ਕੋਈ ਜਹਾਜ਼ ਬਿਨਾਂ ਕੋਈ ਚੱਪੂ ਦੇ ਹੋਵੇ, ਕਿ ਬਿਨਾਂ ਉਹ ਕੋਈ ਚੱਪੂ ਨਹੀਂ ਹੈਗਾ ਜਹਾਜ਼ ਦੇ ਵਿੱਚ, ਪਰ ਉਹ ਜਹਾਜ਼ ਇਸ ਤਰ੍ਹਾਂ ਆ ਕਿਉਂਕਿ ਚੱਪੂ ਦੇ ਨਾਲ ਹੀ ਉਸ ਜਹਾਜ਼ ਨੇ ਚੱਲਣਾ, ਰਾਈਟ। ਮਿਸ ਸੁਲੀਵਨ, ਹਰ ਟੀਚਰ proved a turning point in her life। ਮਿਸ ਸੁਲੀਵਨ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖਤਾ, ਇੱਕ ਟਰਨਿੰਗ ਪੁਆਇੰਟ ਲਿਆਂਦਾ ਉਹਨਾਂ ਦੀ ਲਾਈਫ ਦੇ ਵਿੱਚ। ਸ਼ੀ ਲਰਨਡ ਦ ਮਿਸਟਰੀ ਆਫ ਲੈਂਗੁਏਜ ਐਂਡ ਮੈਨੀ ਨਿਊ ਵਰਡਸ। ਹੈਲਨ ਕੈਲਰ ਨੇ ਬਹੁਤ ਸਾਰੇ ਵਰਡਸ ਸਿੱਖੇ, ਬਹੁਤ ਸਾਰੇ ਨਵੇਂ ਵਰਡ ਸਿੱਖੇ ਅਤੇ ਇੱਕ ਲੈਂਗੁਏਜ ਦੀ ਮਿਸਟਰੀ ਕੀ ਹੁੰਦਾ? ਇੱਕ ਭਾਸ਼ਾ ਦਾ ਰਹੱਸ ਸਿੱਖਿਆ। ਬਿਕਾਜ਼ ਇੱਕ ਚੀਜ਼ ਕੰਸੀਡਰ ਕਰਕੇ ਦੇਖੋ ਤੁਸੀਂ ਸਾਰੇ ਜਾਣੇ, ਦੇਖੋ ਜਿਹੜਾ ਇਨਸਾਨ ਤਾਂ ਬਲਾਈਂਡ ਆ ਉਹ ਦੇਖ ਨਹੀਂ ਸਕਦਾ ਬਟ ਉਹ ਸੁਣ ਤਾਂ ਸਕਦਾ। ਬਟ ਅਗਰ ਕੋਈ ਇਨਸਾਨ ਨਾਲ ਦੀ ਨਾਲ ਡੈਫ ਵੀ ਆ, ਅਗਰ ਉਹ ਸੁਣ ਹੀ ਨਹੀਂ ਸਕਦਾ ਤਾਂ ਸਪੋਜ਼ ਕਰੋ ਉਹਨੂੰ ਪਤਾ ਕਿਵੇਂ ਲੱਗੂਗਾ ਕੁਝ ਵੀ ਉਹਦੇ ਆਲੇ ਦੁਆਲੇ ਕੀ ਹੋ ਰਿਹਾ। ਤਾਂ ਹੀ ਜਦੋਂ ਅਸੀਂ ਚੈਪਟਰ ਪੜ੍ਹ ਰਹੇ ਸੀ ਉਹ ਬਾਰ-ਬਾਰ ਕਹਿ ਰਹੇ ਸੀ ਕਿ ਮੈਨੂੰ ਰੋਸ਼ਨੀ ਦਿਓ ਹੈ ਨਾ, ਇਸ ਤਰ੍ਹਾਂ ਕਹਿ ਰਹੇ ਸੀ ਨਾ, ਲਾਈਟ ਗਿਵ ਮੀ ਲਾਈਟ। ਇਹ ਚੀਜ਼ਾਂ ਬੜਾ ਇਹ ਸੈਂਸਿਟਿਵ ਜਿਹਾ ਇਸ਼ੂ ਆ, ਸੈਂਸਿਟਿਵ ਜਿਹਾ ਮੈਟਰ ਆ।
ਸੋ ਚੈਪਟਰ ਬਹੁਤ ਇੰਟਰਸਟਿੰਗ ਆ, ਇੱਕ ਕਿਸੇ ਦੀਆਂ ਇਮੋਸ਼ਨਸ ਬਾਰੇ ਲਿਖਿਆ ਹੋਇਆ ਆ, ਸਾਨੂੰ ਬਹੁਤ ਨੌਲੇਜ ਵੀ ਦਿੰਦਾ ਆ ਕਿ ਜੇ ਇੱਕ ਬਲਾਈਂਡ ਐਂਡ ਡੈਫ ਪਰਸਨ ਇੱਕ ਰਾਈਟਰ ਬਣ ਸਕਦਾ, ਦੈਨ ਅਸੀਂ ਕਿਉਂ ਨਹੀਂ ਕਿਸੇ ਚੀਜ਼ ਨੂੰ ਅਚੀਵ ਕਰਦੇ, ਅਸੀਂ ਕਿਉਂ ਨਹੀਂ ਕਿਸੇ ਮੁਕਾਮ 'ਤੇ ਪਹੁੰਚਦੇ, ਸਾਡਾ ਏਮ ਅਸੀਂ ਕਿਉਂ ਨਹੀਂ ਹਾਸਿਲ ਕਰ ਸਕਦੇ। ਠੀਕ ਹੈ, ਬਹੁਤ ਵੱਡਾ ਮੈਸੇਜ ਦੇ ਕੇ ਜਾਂਦਾ ਸਾਨੂੰ ਇਹ ਚੈਪਟਰ। ਓਕੇ, her life is a source of inspiration for others। ਉਹ ਸੇਮ ਲਾਈਨ ਜੋ ਮੈਂ ਕਹਿ ਹੀ ਰਹੀ ਸੀ, ਸਮਝਾ ਕੇ ਹਟੀ ਹਾਂ ਕਿ ਉਹਨਾਂ ਦੀ ਲਾਈਫ ਇੱਕ ਇੰਸਪੀਰੇਸ਼ਨ ਦਾ ਸੋਰਸ ਆ, ਇੱਕ ਸਾਧਨ ਆ ਬਾਕੀਆਂ ਦੇ ਲਈ। ਬਾਕੀਆਂ ਨੂੰ ਵੀ ਕੀ ਮਿਲਦੀ ਹੈ ਇਹਦੇ ਨਾਲ? ਪ੍ਰੇਰਨਾ ਮਿਲਦੀ ਆ। ਓਕੇ, ਨਾਓ ਥਰਡ ਲੌਂਗ ਕੁਐਸਚਨ, ਡਿਸਕ੍ਰਾਈਬ ਦ ਨੈਰੇਟਰਸ ਐਕਸਪੀਰੀਅੰਸ ਵਿਦ ਦ ਟੀਚਰ। ਹੈਲਨ ਕੈਲਰ ਦਾ ਐਕਸਪੀਰੀਅੰਸ ਦੱਸਣਾ ਉਹਨਾਂ ਦੇ ਟੀਚਰ ਦੇ ਨਾਲ। ਮਿਸ ਸੁਲੀਵਨ, ਦ ਨੈਰੇਟਰਸ ਟੀਚਰ, came to the narrator's house in March 1887। ਉਹ ਮਾਰਚ 1887 ਦੇ ਵਿੱਚ ਮਿਸ ਸੁਲੀਵਨ ਉਹਨਾਂ ਦੇ ਘਰ ਆਉਂਦੇ ਆ। she played the role of an ideal teacher। ਉਹ ਕਹਿੰਦੇ ਇੱਕ ਆਦਰਸ਼ਵਾਦੀ ਟੀਚਰ ਮਤਲਬ ਹੋਣ ਦਾ ਇੱਕ ਫਰਜ਼ ਨਿਭਾਉਂਦੇ ਆ। she immediately began to teach Helen to communicate। ਕਹਿੰਦੇ ਉਹ ਹੈਲਨ ਨੂੰ ਜਲਦੀ ਹੀ ਕਮਿਊਨੀਕੇਟ ਕਰਨਾ ਸਿਖਾ ਦਿੰਦੇ। ਕਮਿਊਨੀਕੇਸ਼ਨ ਕੀ ਹੁੰਦੀ ਹੈ? ਗੱਲਬਾਤ ਕਰਨ ਦਾ ਮਤਲਬ ਕਿ ਇੱਕ ਢੰਗ, ਇੱਕ ਵੇ ਸਿਖਾ ਦਿੰਦੇ, ਇੱਕ ਲੈਂਗੁਏਜ ਸਿਖਾ ਦਿੰਦੇ ਆ। she spelled the word doll on her hands। ਉਹਨਾਂ ਨੇ ਹੈਲਨ ਦੇ ਹੱਥ ਤੇ ਕਿਹੜੇ ਵਰਡ ਦੇ ਸਪੈਲ ਲਿਖੇ? ਡੋਲ ਦੇ। she reveal ਹੁੰਦਾ, ਮੈਂ ਦੱਸਿਆ ਸੀ ਡਿਸਕਲੋਜ਼ ਕਰਨਾ। ਡਿਸਕਲੋਜ਼ ਕੀ ਹੁੰਦਾ? ਕਿਸੇ ਚੀਜ਼ ਨੂੰ ਓਪਨ ਕਰਨਾ। ਡਿਸਕਲੋਜ਼, ਡਿਸ ਕੀ ਆ? ਅਗਰ ਕਿਸੇ ਚੀਜ਼ ਕਲੋਜ਼ ਦਾ ਮਤਲਬ ਬੰਦ ਕਰਨਾ, ਅਗਰ ਇਹਦੇ ਮੂਹਰੇ ਡਿਸ ਲੱਗ ਗਿਆ ਮਤਲਬ ਕਿ ਬੰਦ ਨਹੀਂ ਕਰਨਾ, ਇਟ ਮੀਨਸ ਰਿਵੀਲ ਕਰਨਾ, ਓਪਨ ਕਰਨਾ। she revealed to her the mystery of language। ਕਹਿੰਦੇ ਉਹਨਾਂ ਨੇ ਉਹਨਾਂ ਨੂੰ ਰਹੱਸ ਸਿਖਾਇਆ ਭਾਸ਼ਾ ਦਾ। by her untiring efforts and patience Helen learned a lot। ਕਹਿੰਦੇ ਉਹਨਾਂ ਦੇ ਅਨਟਾਇਰਿੰਗ ਮਤਲਬ ਅਣਥੱਕ, ਕਿ ਉਹਨਾਂ ਦੇ ਟੀਚਰ ਅਣਥੱਕ ਕੇ ਉਹਨਾਂ ਨੂੰ ਟੀਚ ਕਰਦੇ ਸੀ, ਉਹਨਾਂ ਨੂੰ ਨਵਾਂ ਤੋਂ ਨਵਾਂ ਸਿਖਾਉਂਦੇ ਸੀ, ਨਵੇਂ ਤੋਂ ਨਵੇਂ ਵੇ ਨਾਲ ਸਿਖਾਉਂਦੇ ਸੀ। ਅਤੇ ਇਸ ਚੀਜ਼ ਨੂੰ ਹੈਲਨ ਨੇ ਬਹੁਤ ਅੱਛੇ ਤਰੀਕੇ ਨਾਲ ਓਬਜ਼ਰਵ ਕੀਤਾ ਔਰ ਉਹਨਾਂ ਦੀਆਂ ਗੱਲਾਂ ਤੋਂ ਬਹੁਤ ਚੀਜ਼ਾਂ ਸਿੱਖੀਆਂ ਵੀ ਉਹਨਾਂ ਨੇ। Ultimately, she wrote her autobiography at the age of 22। ਯਾਨੀ ਕਿ ਜਦੋਂ ਉਹ 22 ਸਾਲ ਦੇ ਸੀ ਨਾ, ਕੌਣ? ਹੈਲਨ ਕੈਲਰ। ਉਹਨਾਂ ਨੇ ਆਪਣੀ ਹੀ ਬਾਇਓਗ੍ਰਾਫੀ ਲਿਖ ਲਈ। ਆਟੋਬਾਇਓਗ੍ਰਾਫੀ ਕੀ ਹੁੰਦੀ? ਸਵੈ ਜੀਵਨੀ। ਉਹਨਾਂ ਨੇ ਇੱਕ ਸਵੈ ਜੀਵਨੀ ਲਿਖ ਲਈ ਸੀ। ਠੀਕ ਹੈ, ਗੋਟ ਇਟ। ਸੋ ਇਹ ਸੀ ਸਾਡੇ 3 ਲੌਂਗ ਕੁਐਸਚਨਸ। ਇਸ ਤੋਂ ਬਾਅਦ ਇਹ ਸੀਗੇ ਐਕਿਊਰੇਟ ਦੇ। ਨੈਕਸਟ ਕੰਟੈਂਟ ਲਈ ਜਾਂ ਨੈਕਸਟ ਮੈਟਰ ਲਈ ਨੈਕਸਟ ਵੀਡੀਓਜ਼ ਦੇਖ ਲਿਓ। ਥੈਂਕ ਯੂ ਸੋ ਮਚ।